वाहिगुरू जी का खालसा वाहिगुरू जी की फतेह। लो जी साध संगत जी, अज अपने इतिहासिक गुरुद्वारिਆਂ ਦੇ सफ़र ਦੇ ਪੜਾਅ ਦੇ अगले शोर ਤੇ ਜਿੱਥੇ ਅਸੀਂ ਪਹੁੰਚੇ ਹਾਂ ਉਹ ਹੈ ਬਾਬਾ ਭਾਈ ਮੰਝ ਜੀ ਸਾਹਿਬ ਦਾ ਗੁਰਦੁਆਰਾ, ਜੋ ਕਿ ਕੰਗ ਬਾਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਸਥਿਤ ਹੈ। ਇਹ ਗੁਰਦੁਆਰਾ ਬਹੁਤ ਹੀ ਇਤਿਹਾਸਿਕ ਗੁਰਦੁਆਰਾ ਹੈ ਅਤੇ ਇਸ ਗੁਰਦੁਆਰੇ ਦਾ ਸੰਖੇਪ ਜਿਹਾ ਇਤਿਹਾਸ ਮੈਂ ਤੁਹਾਡੇ ਨਾਲ ਸਭ ਤੋਂ ਪਹਿਲਾਂ ਸਾਂਝਾ ਕਰਨਾ ਚਾਹਾਂਗਾ। ਉਸ ਤੋਂ ਬਾਅਦ ਅਸੀਂ ਇਸ ਗੁਰਦੁਆਰੇ ਦੇ ਲਾਈਵ ਦਰਸ਼ਨਾਂ ਵਾਸਤੇ ਚੱਲਾਂਗੇ। ਇਹ ਗੱਦੀ ਬਾਬਾ ਭਾਈ ਮੰਝ ਸਾਹਿਬ ਜੀ ਦੀ ਹੈ, ਜਿਨ੍ਹਾਂ ਦਾ ਜੋ ਕਿ 17 ਸਦੀ ਵਿੱਚ ਹੋਏ ਹਨ ਔਰ ਇਹਨਾਂ ਦਾ ਸ਼ੁਰੂ ਦਾ ਨਾਂ ਤੀਰਥਾ ਸੀ ਔਰ ਇਹ ਸਖੀ ਸਰਵਰ ਦੇ ਉਪਾਸਕ ਸਨ, ਜੋ ਕਿ ਮੁਲਤਾਨ ਦੇ ਵਿੱਚ ਉਹਨਾਂ ਦੀ ਮਜ਼ਾਰ ਸੀ ਅਤੇ ਇਹ ਇੱਥੋਂ ਪੂਰੇ ਪਿੰਡ ਦਾ ਇਕੱਠ ਜੋੜ ਮੇਲਾ ਲੈ ਕੇ ਉੱਥੇ ਸਖੀ ਸਰਵਰ ਦੀ ਜਗ੍ਹਾ ਦੇ ਉੱਤੇ ਜਾਇਆ ਕਰਦੇ ਸਨ। ਲੇਕਿਨ ਇੱਕ ਵਾਰ ਜਦੋਂ ਇਹ ਅੰਮ੍ਰਿਤਸਰ ਸਾਹਿਬ ਦੇ ਕੋਲ ਦੀ ਗੁਰਦੁਆਰਾ ਸਾਹਿਬ ਦੇ ਕੋਲ ਦੀ ਲੰਘ ਰਹੇ ਸਨ ਤਾਂ ਉੱਥੋਂ ਦੀ ਅੰਮ੍ਰਿਤ ਬਾਣੀ ਇਹਨਾਂ ਦੇ ਕੰਨਾਂ 'ਚ ਪਈ। ਤਾਂ ਇਹਨਾਂ ਨੇ ਉੱਥੋਂ ਦੇ ਸਿੱਖਾਂ ਨੂੰ ਪੁੱਛਿਆ ਕਿ ਇਹ ਅੰਮ੍ਰਿਤ ਬਾਣੀ ਕਿਸ ਦੀ ਹੈ, ਤਾਂ ਉਹਨਾਂ ਨੇ ਦੱਸਿਆ ਕਿ ਇਹ ਉਹਨਾਂ ਨੇ ਕਿਹਾ ਕਿ ਇਹ ਬਾਣੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਹੈ। ਤਾਂ ਇਹਨਾਂ ਦਾ ਮਨ ਉਸ ਬਾਣੀ ਦੇ ਵਿੱਚ ਬਹੁਤ ਹੀ ਮੋਹਿਤ ਹੋ ਗਿਆ। ਇਹਨਾਂ ਨੇ ਆਪਣੇ ਬਾਕੀ ਦੇ ਸੰਗਤ ਨੂੰ ਅੱਗੇ ਸਖੀ ਸਰਵਰ ਦੇ ਦਰਸ਼ਨਾਂ ਵਾਸਤੇ ਭੇਜ ਦਿੱਤਾ, ਪਰ ਆਪ ਉੱਥੇ ਟਿਕ ਗਏ ਅਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਉਹ ਉਹਨਾਂ ਨੂੰ ਆਪਣਾ ਸਿੱਖ ਬਣਾ ਲੈਣ। ਪਰ ਗੁਰੂ ਸਾਹਿਬ ਨੇ ਕਿਹਾ ਕਿ ਪਹਿਲਾਂ ਤੂੰ ਆਪਣੇ ਘਰ ਜਾ ਕੇ ਜਿਹੜੀ ਸਖੀ ਸਰਵਰ ਦੀ ਸਮਾਧ ਬਣਾਈ ਹੋਈ ਹੈ, ਪਹਿਲਾਂ ਉਸ ਸਮਾਧ ਨੂੰ ਨਸ਼ਟ ਕਰ, ਫਿਰ ਹੀ ਅਸੀਂ ਤੈਨੂੰ ਨਾਮਦਾਨ ਦੇਵਾਂਗੇ। ਭਾਈ ਸਾਹਿਬ ਆਪਣੇ ਪਿੰਡ ਆ ਗਏ ਅਤੇ ਇਹਨਾਂ ਨੇ ਉਸ ਸਮਾਧ ਨੂੰ ਖਤਮ ਕਰ ਦਿੱਤਾ, ਨਸ਼ਟ ਕਰ ਦਿੱਤਾ। ਉਸ ਦੇ ਬਾਅਦ ਇਹਨਾਂ ਦੇ ਘਰ ਦੇ ਉੱਤੇ ਬਹੁਤ ਸਾਰੀ ਮੁਸੀਬਤ ਪਈ। ਪਹਿਲਾਂ ਇਹਨਾਂ ਦੇ ਮੱਝਾਂ ਗਾਵਾਂ ਦੀ ਮੌਤ ਹੋਈ, ਫਿਰ ਗੁਆਂਢੀਆਂ ਦੀਆਂ ਮੱਝਾਂ ਗਾਵਾਂ ਦੀ ਮੌਤ ਹੋਈ। ਇਸ ਤਰ੍ਹਾਂ ਪੂਰੇ ਪਿੰਡ ਦੇ ਡੰਗਰ ਜਿਹੜੇ ਹੈਗੇ ਆ ਉਹ ਮਰਨੇ ਸ਼ੁਰੂ ਹੋ ਗਏ। ਪਿੰਡ ਵਾਲਿਆਂ ਨੇ ਸੋਚਿਆ ਕਿ ਇਹ ਜਿਹੜਾ ਬਾਬਾ ਮੰਝ ਨੇ ਇਸ ਮਜ਼ਾਰ ਨੂੰ ਆਪਣੇ ਘਰੋਂ ਢਾਇਆ ਹੈ, ਉਸ ਦਾ ਪ੍ਰਕੋਪ ਹੈ। ਉਹਨਾਂ ਨੇ ਇਹਨਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਅਤੇ ਫਿਰ ਕਹਾਣੀ ਬਹੁਤ ਲੰਬੀ ਹੈ। ਅਖੀਰ ਦੇ ਵਿੱਚ ਭਾਈ ਬਾਬਾ ਮੰਝ ਜਿਹੜੇ ਸਨ ਉਹ ਪੰਚਮ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਚਲੇ ਗਏ ਅਤੇ ਉਹਨਾਂ ਤੋਂ ਸੇਵਾ ਮੰਗੀ। ਤਾਂ ਗੁਰੂ ਸਾਹਿਬ ਨੇ ਕਿਹਾ ਕਿ ਤੂੰ ਲੰਗਰ ਦੀ ਸੇਵਾ ਕਰਿਆ ਕਰ। ਅਤੇ ਇੱਕ ਦਿਨ ਇਹ ਲੰਗਰ ਵਾਸਤੇ ਲੱਕੜਾਂ ਲੈ ਕੇ ਜੰਗਲ 'ਚੋਂ ਆ ਰਹੇ ਸਨ। ਰਸਤੇ ਵਿੱਚ ਬਹੁਤ ਸਾਰੀ ਹਨੇਰੀ ਵਗੀ, ਤੂਫਾਨ ਵਗਿਆ, ਤਾਂ ਇਹ ਇੱਕ ਖੂਹ ਦੇ ਵਿੱਚ ਡਿੱਗ ਪਏ। ਅਤੇ ਜਦੋਂ ਇਹਨਾਂ ਦੀ ਭਾਲ ਪਈ ਤਾਂ ਸੰਗਤ ਨੇ ਇਹਨਾਂ ਨੂੰ ਖੂਹ ਦੇ ਵਿੱਚੋਂ ਲੱਭਣ ਦੀ ਕੋਸ਼ਿਸ਼ ਕੀਤੀ। ਪਹਿਲਾਂ ਰੱਸੀ ਥੱਲੇ ਸਿੱਟੀ ਗਈ, ਪਰ ਇਹਨਾਂ ਨੇ ਕਿਹਾ ਕਿ ਮੈਂ ਰੱਸੀ ਨਾਲ ਮੈਂ ਲਟਕ ਕੇ ਪਹਿਲਾਂ ਬਾਹਰ ਨਹੀਂ ਆਵਾਂਗਾ। ਪਹਿਲਾਂ ਮੇਰੀਆਂ ਜਿਹੜੀਆਂ ਲੱਕੜਾਂ ਹਨ ਲੰਗਰ ਵਾਸਤੇ, ਜੇ ਇਹ ਗਿੱਲੀਆਂ ਹੋ ਗਈਆਂ ਤਾਂ ਲੰਗਰ ਨਹੀਂ ਬਣੇਗਾ। ਇਸ ਕਰਕੇ ਤੁਸੀਂ ਪਹਿਲਾਂ ਲੱਕੜਾਂ ਨੂੰ ਬਾਹਰ ਕੱਢੋ, ਫਿਰ ਉਸ ਦੇ ਬਾਅਦ ਹੀ ਮੈਂ ਇਸ ਰੱਸੀ ਦੇ ਨਾਲ ਲਟਕ ਕੇ ਫੜ ਕੇ ਇਸ ਤੋਂ ਬਾਹਰ ਖੂਹ ਤੋਂ ਬਾਹਰ ਆਵਾਂਗਾ। ਔਰ ਇੰਝ ਹੀ ਹੋਇਆ। ਅਤੇ ਜਦੋਂ ਗੁਰੂ ਸਾਹਿਬ ਨੂੰ ਇਸ ਕਹਾਣੀ ਦਾ ਪਤਾ ਲੱਗਾ ਤਾਂ ਉਹਨਾਂ ਨੇ ਇਹਨਾਂ ਨੂੰ ਆਪਣੇ ਗੜ੍ਹ ਨਾਲ ਲਾ ਲਿਆ ਅਤੇ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਹੁਣ ਤੁਹਾਡੀ ਜਿਹੜੀ ਘਾਲਣਾ ਹੈ ਉਹ ਸਫਲ ਹੋ ਚੁੱਕੀ ਹੈ ਅਤੇ ਹੁਣ ਤੁਸੀਂ ਮੇਰੇ ਕੋਲ ਵਰ ਮੰਗੋ, ਕੀ ਵਰ ਮੰਗਦੇ ਹੋ। ਅਤੇ ਉਹਨਾਂ ਨੇ ਸੀਨੇ ਦੇ ਨਾਲ ਲਾ ਕੇ ਸ਼ਬਦ ਉਚਾਰਨ ਕੀਤਾ, ਗੁਰੂ ਪਿਆਰਾ ਮੁਝ ਕੋ ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਥਾ ਜਗ ਲੰਘਾਵਣ ਹਾਰਾ। ਤੋ ਇਹ ਸ਼ਬਦ ਦੇ ਨਾਲ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਮੇਰੇ ਕੋਲ ਵਰ ਮੰਗੋ। ਤਾਂ ਇਹਨਾਂ ਨੇ ਸਿਰਫ ਇਹ ਵਰ ਮੰਗਿਆ ਕਿ ਮੈਨੂੰ ਤੁਹਾਡੇ ਚਰਨਾਂ ਦੀ ਪ੍ਰੀਤੀ ਜਿਹੜੀ ਹੈ ਉਹ ਸਦਾ ਹੀ ਬਣੀ ਰਹਿਣੀ ਚਾਹੀਦੀ ਹੈ। ਮੈਂ ਤੁਹਾਡੇ ਘਰ ਤੋਂ, ਗੁਰੂ ਘਰ ਤੋਂ ਕਦੇ ਵੀ ਵੱਖ ਨਾ ਹੋਵਾਂ। ਔਰ ਨਾਲ ਹੀ ਇਹਨਾਂ ਨੇ ਗੁਰੂ ਸਾਹਿਬ ਤੋਂ ਇਹ ਵੀ ਵਰ ਲਿਆ ਕਿ ਕਲਯੁਗ ਦੀ ਸੰਗਤ ਜਿਹੜੀ ਹੈ ਉਹ ਬਹੁਤ ਹੀ ਥੋੜ੍ਹ ਦਿਲੀ ਹੈ, ਉਹ ਤੁਹਾਡੀਆਂ ਇੰਨੀਆਂ ਕਠਿਨ ਪ੍ਰੀਖਿਆਵਾਂ ਨੂੰ ਨਹੀਂ ਝੱਲ ਸਕਦੀ। ਇਸ ਕਰਕੇ ਤੁਸੀਂ ਅੱਗੇ ਤੋਂ ਕਿਸੇ ਵੀ ਸੰਗਤ ਦੀ ਉਨੀ ਕਠਿਨ ਪ੍ਰੀਖਿਆ ਨਹੀਂ ਲੈਣੀ ਹੈ ਜਿੰਨੀ ਕਠਿਨ ਪ੍ਰੀਖਿਆ ਮੇਰੀ ਲਈ ਹੈ। ਤੋ ਇਹ ਸੰਖੇਪ ਇਤਿਹਾਸ ਸੀ, ਸਾਧ ਸੰਗਤ ਸੀ, ਜਿਹੜਾ ਮੈਂ ਤੁਹਾਡੇ ਨਾਲ ਬਾਬਾ ਮੰਝ ਜੀ ਦਾ ਸਾਂਝਾ ਕੀਤਾ ਹੈ। ਅਤੇ ਆਓ ਹੁਣ ਇਸ ਗੁਰਦੁਆਰਾ ਸਾਹਿਬ ਦਾ ਪੂਰਾ ਸਫ਼ਰ ਕਰਦੇ ਹਾਂ ਅਤੇ ਦੇਖਦੇ ਹਾਂ ਕਿ ਗੁਰਦੁਆਰਾ ਸਾਹਿਬ ਕਿੰਨਾ ਪਿਆਰਾ ਹੈ। ਸੰਗਤ ਜੀ, ਇੱਥੇ ਇਹ ਵੀ ਵਰਣਨਯੋਗ ਹੈ ਕਿ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਪੁਰਾਤਨ ਲੋਹ ਹੈ ਜਿਸ ਨੂੰ ਸਰਵਲੋਹ ਕਿਹਾ ਜਾਂਦਾ ਹੈ ਅਤੇ ਉਹ 16ਵੀਂ ਸ਼ਤਾਬਦੀ ਦੇ ਵਿੱਚ ਭਾਈ ਮੰਝ ਜੀ ਨੂੰ 5ਵੀਂ ਪਾਤਸ਼ਾਹ ਜੀ ਨੇ ਦਾਨ ਕੀਤੀ ਸੀ, ਬਖਸ਼ਿਸ਼ ਕੀਤੀ ਸੀ। ਇਸ ਲੋਹ ਦੀ ਇਹ ਖਾਸੀਅਤ ਹੈ ਕਿ ਇਸ ਦੇ ਉੱਪਰ ਜਿੰਨੇ ਵੀ ਮਰਜ਼ੀ ਪ੍ਰਸ਼ਾਦੇ ਪਕਾ ਲਏ ਜਾਣ, ਇਸ ਨੂੰ ਕਾਲਖ ਨਹੀਂ ਲੱਗਦੀ। ਤਾਂ ਅਸੀਂ ਉਸ ਲੋਹ ਦੇ ਵੀ ਦਰਸ਼ਨ ਕਰਾਂਗੇ। ਤਾਂ ਆਓ ਚਲੀਏ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੀਏ। ਤਾਂ ਸਾਧ ਸੰਗਤ ਜੀ, ਇਹ ਗੁਰਦੁਆਰਾ ਸਾਹਿਬ ਦਾ ਮੁੱਖ ਦੁਆਰ ਹੈ ਜਿੱਥੇ ਗੱਦੀ ਬਾਬਾ ਮੰਝ ਜੀ ਲਿਖਿਆ ਹੋਇਆ ਹੈ। ਇਹ ਗੁਰਦੁਆਰਾ ਸਾਹਿਬ ਦਾ ਦੁਆਰ ਪਾਰ ਕਰਦਿਆਂ ਸਾਰ ਹੀ ਇੱਕ ਅਲੌਕਿਕ ਸ਼ਾਂਤੀ ਸਾਡੇ ਮਨਾਂ ਦੇ ਵਿੱਚ ਬਣ ਜਾਂਦੀ ਹੈ ਅਤੇ ਮਨ ਕਰਦਾ ਹੈ ਕਿ ਇਸ ਗੁਰਦੁਆਰਾ ਸਾਹਿਬ ਦੀ ਸ਼ਾਂਤੀ ਨੂੰ ਦੇਖਦਿਆਂ ਹੋਇਆਂ ਮਨੁੱਖ ਇੱਥੇ ਹੀ ਰਹਿ ਜਾਵੇ ਅਤੇ ਪਰਮਾਤਮਾ ਦਾ ਭਜਨ ਸਿਮਰਨ ਕਰੇ। ਗੁਰਦੁਆਰਾ ਸਾਹਿਬ ਦੇ ਅੰਦਰ ਆਉਂਦਿਆਂ ਸਾਰ ਹੀ ਇੱਕ ਛੋਟਾ ਜਿਹਾ ਰੱਥ ਗੁਰਦੁਆਰਾ ਸਾਹਿਬ ਦੇ ਖੱਬੇ ਪਾਸੇ ਬਣਾਇਆ ਹੋਇਆ ਹੈ, ਜਿਸ ਦੇ ਉੱਤੇ ਲਿਖਿਆ ਹੋਇਆ ਹੈ रथ माता साहिबा। ये रथ
ਸਵਾਰੀ ਰੱਥ ਸਵਰਗੀ ਪੂਜਾ ਮਾਤਾ ਸਾਹਿਬ ਮਾਈ ਬਸੰਤ ਕੌਰ ਜੀ ਦਾ ਹੈ। ਮਾਈ ਜੀ ਬਹੁਤ ਤਪਸਵੀ ਤੇ ਕਰਨੀ ਵਾਲੇ ਹੋਏ। ਮਾਈ ਜੀ ਨੇ ਬਤੌਰ ਗੱਦੀ ਨਸ਼ੀਨ ਗੱਦੀ ਬਾਬਾ ਮੰਝ ਜੀ ਦੀ 75 ਸਾਲ ਸੇਵਾ ਕੀਤੀ ਅਤੇ 95 ਸਾਲ ਦੀ ਉਮਰ ਵਿੱਚ 26 ਨਵੰਬਰ 1958 ਨੂੰ ਪ੍ਰਲੋਕ ਸੁਧਾਰ ਗਏ। ਮਾਈ ਜੀ ਇਸ ਰੱਥ ਤੇ ਸਵਾਰ ਹੋ ਕੇ ਆਪਣੇ ਸੇਵਕਾਂ ਦੇ ਜਾਇਆ ਕਰਦੇ ਸਨ। ਸਾਧ ਸੰਗਤ ਜੀ, ਇੱਥੇ ਬਾਬਾ ਮੰਝ ਜੀ ਦੇ ਸਥਾਨ ਦਾ ਸੰਖੇਪ ਇਤਿਹਾਸ ਵੀ ਲਿਖਿਆ ਹੋਇਆ ਹੈ ਜੋ ਤੁਹਾਡੇ ਸਾਹਮਣੇ ਹੈ। ਜਿਵੇਂ ਕਿ ਤੁਸੀਂ ਸਾਰੇ ਪੜ੍ਹ ਸਕਦੇ हैं। ਲਿਖਿਆ ਹੈ, ਮੰਝ ਪਿਆਰਾ ਗੁਰੂ ਕੋ ਗੁਰਮੰਝ ਪਿਆਰਾ, ਮੰਝ ਗੁਰੂ का बोहि था जग लंघनहारा। तो संक्षेप इतिहास ਇਹ ਹੈ ਕਿ ਭਾਈ ਮੰਝ ਜੀ ਦਾ ਜਨਮ ਬਿਕਰਮੀ ਸੰਬਤ ਅਨੁਸਾਰ 17ਵੀਂ ਸਦੀ ਵਿੱਚ ਹੋਇਆ। ਇਸ ਸਮੇਂ ਮੁਗਲ ਰਾਜ ਦਾ ਚੌਥਾ ਬਾਦਸ਼ਾਹ ਜਹਾਂਗੀਰ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਲਾਈ ਗੁਰਗੱਦੀ ਤੇ ਨਿਵਾਜੇ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਚੌਥੇ ਪਾਤਸ਼ਾਹ ਦੇ ਬਸਾਏ ਗੁਰੂ ਅਸਥਾਨ ਸ਼੍ਰੀ ਅੰਮ੍ਰਿਤਸਰ ਵਿੱਚ ਨਿਵਾਸ ਰੱਖਦੇ ਸਨ। ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਅੰਕਿਤ ਹੈ ਕਿ ਆਪ ਜੀ ਦਾ ਪਹਿਲਾ ਨਾਮ ਤੀਰਥਾ ਸੀ ਤੇ ਆਪ ਸਖੀ ਸਰਬਰ ਦੇ ਉਪਾਸਕ ਸਨ। ਆਪ ਧਨਾੜ ਪੁਰਸ਼ ਸਨ। ਭਾਈ ਮੰਝ ਜੀ ਆਤਮਿਕ ਸ਼ਾਂਤੀ ਲਈ ਕਿਸੇ ਮਹਾਂਪੁਰਖ ਦੀ ਸ਼ਰਨ ਲੈਣੀ ਚਾਹੁੰਦੇ ਸਨ। ਇਸੇ ਲਗਨ ਵਿੱਚ ਆਪ ਸਿੱਖ ਸੰਗਤ ਦੇ ਇੱਕ ਜਥੇ ਨਾਲ ਅੰਮ੍ਰਿਤਸਰ ਵਿਖੇ ਪੰਜਵੇਂ ਪਾਤਸ਼ਾਹ ਦੀ ਹਜ਼ੂਰੀ ਵਿੱਚ ਜਾ ਪਹੁੰਚੇ ਅਤੇ ਨਾਮਦਾਨ ਦੀ ਬਖਸ਼ਿਸ਼ ਲਈ ਬੇਨਤੀ ਕੀਤੀ। ਗੁਰੂ ਜੀ ਨੇ ਕਿਹਾ ਕਿ ਗੁਰੂ ਗੱਦੀ ਗੁਰਸਿੱਖੀ ਧਾਰਨ ਕਰਨੀ ਬਹੁਤ ਕਠਿਨ ਹੈ, ਤੈਨੂੰ ਧਨ ਦੌਲਤ ਸਭ ਕੁਝ ਤਿਆਗਣਾ ਪਵੇਗਾ। ਪਰ ਭਾਈ ਤੀਰਥਾ ਨਾਮਦਾਨ ਲਈ ਬੇਨਤੀ ਕਰਦੇ ਰਹੇ। ਕਈ ਤਰ੍ਹਾਂ ਦੀਆਂ ਕਠਿਨਾਈਆਂ ਅਤੇ ਗੁਰੂ ਦੀਆਂ ਪ੍ਰੀਖਿਆਵਾਂ ਵਿੱਚੋਂ ਲੰਘਦੇ ਹੋਏ ਇੱਕ ਦਿਨ ਸਮਾਂ ਆ ਗਿਆ ਅਤੇ ਅਪਾਰ ਬਖਸ਼ਿਸ਼ ਸਦਕਾ ਇੱਕ ਦਿਨ ਤੀਰਥਾ ਜੀ ਲੰਗਰ ਵਾਸਤੇ ਲੱਕੜੀਆਂ ਦਾ ਗੱਠਾ ਲੈ ਕੇ ਜੰਗਲ ਵਿੱਚੋਂ ਜਾ ਰਹੇ ਸਨ। ਹਨੇਰੀ ਕਾਰਨ ਇੱਕ ਬੇਮੌਣ ਖੂਹੇ ਵਿੱਚ ਜਾ ਗਿਰੇ ਤੇ ਉੱਧਰ ਪੰਜਵੇਂ ਪਾਤਸ਼ਾਹ ਨੂੰ ਵੀ ਇਲਾਹੀ ਸ਼ਕਤੀ ਰਾਹੀਂ ਇਹ ਖਬਰ ਪਹੁੰਚ ਗਈ ਅਤੇ ਆਪਣੇ ਸੇਵਕਾਂ ਸਮੇਤ ਉੱਥੇ ਪਹੁੰਚੇ। ਤੀਰਥਾ ਜੀ ਨੂੰ ਹੁਕਮ ਕੀਤਾ ਕਿ ਖੂਹ ਵਿੱਚੋਂ ਬਾਹਰ ਆ ਜਾਵੋ ਅਤੇ ਲੱਕੜਾਂ ਵਿੱਚ ਹੀ ਸੁੱਟ ਦੇਵੋ। ਪਰ ਤੀਰਥਾ ਜੀ ਨੇ ਬੇਨਤੀ ਕੀਤੀ ਕਿ ਲੱਕੜਾਂ ਭੇਜਣਗੀਆਂ ਅਤੇ ਲੰਗਰ ਦਾ ਕੰਮ ਨਹੀਂ ਚੱਲੇਗਾ। ਸੇਵਕਾਂ ਨੇ ਪਹਿਲਾਂ ਲੱਕੜਾਂ ਕੱਢੀਆਂ, ਫਿਰ ਭਾਈ ਮੰਝ ਜੀ ਨੂੰ ਬਾਹਰ ਕੱਢਿਆ। ਉਸ ਵਕਤ ਗੁਰੂ ਅਰਜਨ ਦੇਵ ਜੀ ਨੇ ਭਾਈ ਜੀ ਨੂੰ ਬੁੱਕਲ ਵਿੱਚ ਲੈ ਕੇ ਫਰਮਾਨ ਕੀਤਾ ਕਿ ਗੁਰ ਪਿਆਰਾ ਮੰਝ ਕੋ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਝ ਥਾ ਜਗ ਲੰਘਣਹਾਰਾ। ਹੁਣ ਭਾਈ ਤੂੰ ਤੀਰਥ ਨਹੀਂ ਹੈ, ਤੂੰ ਮੰਝ ਹੈ ਬੋਝਥਾ ਹੈ। ਭਾਵ ਤੂੰ ਮੈਨੂੰ ਪਿਆਰਾ ਹੈ। ਤੇਰੇ ਨਾਮ ਲੈਣ ਲਈ ਸੰਸਾਰ ਜੀਵ ਇਸ ਰੂਪੀ ਸਮੁੰਦਰ ਵਿੱਚੋਂ ਪਾਰ ਲੰਘ ਜਾਣਗੇ। ਤੇਰਾ ਨਾਮ ਅਮਰ ਰਹੇਗਾ। ਜੋ ਪ੍ਰਾਣੀ ਤੇਰੇ ਸਥਾਨ ਤੇ ਆ ਕੇ ਅਰਦਾਸ ਕਰੇਗਾ ਉਸ ਦੀ ਭਾਵਨਾ ਪੂਰੀ ਹੋਵੇਗੀ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਮੰਝ ਨੂੰ ਇੱਕ ਲੋਹ ਲੰਗਰ ਵਾਸਤੇ ਦਿੱਤੀ ਜੋ ਕਿ ਗੁਰਦੁਆਰਾ ਗੱਦੀ ਬਾਬਾ ਮੰਝ ਜੀ ਕੰਗ ਮਾਈ ਵਿਖੇ ਸਥਿਤ ਹੈ। ਇਹ ਪਿੰਡ ਭਾਈ ਮੰਝ ਜੀ ਦਾ ਵਸਾਇਆ ਹੋਇਆ ਹੈ।
ਤੋ ਸਾਧ ਸੰਗਤ ਜੀ, ਇਹ ਸਾਰਾ ਸੰਖੇਪ ਇਤਿਹਾਸ ਜਿਹੜਾ ਮੈਂ ਤੁਹਾਨੂੰ ਬਾਬਾ ਭਾਈ ਮੰਝ ਜੀ ਦੀ ਜੋ ਜਗ੍ਹਾ ਹੈ ਉਸ ਦਾ ਦੱਸਿਆ ਹੈ। ਜੇ ਇਸ ਦੇ ਵਿੱਚ ਕੋਈ ਮੇਰੇ ਕੋਲੋਂ ਗਲਤੀ ਹੋ ਗਈ ਹੋਵੇ, ਕੋਈ ਇਤਿਹਾਸਕ ਤੱਥ ਸਹੀ ਢੰਗ ਨਾਲ ਨਾ ਬੋਲਿਆ ਗਿਆ ਹੋਵੇ, ਤਾਂ ਗੁਰੂ ਦਾ ਭੁੱਲਣਹਾਰ ਸਿੱਖ ਜਾਣ ਕੇ ਮਾफ़ ਕਰਨਾ। ਤੇ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਜ਼ਰੂਰ ਦੱਸਣਾ ਕਿ ਕੀ ਗਲਤੀ ਹੋਈ ਹੈ। ਜੇ ਚੰਗਾ ਲੱਗਾ ਹੋਵੇ ਤਾਂ ਵੀ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਜ਼ਰੂਰ ਲਿਖਣਾ। ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਤੇ ਕਮੈਂਟ, ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਤੁਹਾਡਾ ਆਪਣਾ ਹੰਸੀ ਰਣਵੀਰ, ਥੈਂਕ ਯੂ।